Hello everyone, welcome you all in your own channel Learn Everything. So ਅਸੀਂ ਕਰ ਰਹੇ ਸੀ ਸਟੈਟਿਕਲ ਫਿਜ਼ਿਕਸ ਜਿਹਦੇ ਵਿੱਚ ਨੈਕਸਟ ਕਨਸੈਪਟ ਆਪਾਂ ਕਰਾਂਗੇ ਦ ਵੀਨ ਡਿਸਪਲੇਸਮੈਂਟ ਲਾਅ। ਜੋ ਵੀਨ ਡਿਸਪਲੇਸਮੈਂਟ ਲਾਅ ਹੈਗਾ ਆ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਸਿਲੇਬਸ ਦੇ ਵਿੱਚ ਵੀ ਸਪੈਸ਼ਲੀ ਮੈਂਸ਼ਨ ਹੈਗਾ ਆ। ਠੀਕ ਹੈ, ਸੋ ਇਹਨੂੰ ਧਿਆਨ ਨਾਲ ਕਰਨਾ ਹੈ ਕਿਉਂਕਿ ਜੋ ਸਿਲੇਬਸ ਦੇ ਵਿੱਚ ਮੈਂਸ਼ਨ ਹੁੰਦਾ ਉੱਥੇ ਕੁਐਸਚਨ ਬਣ ਜਾਂਦੇ ਆ। ਸੋ ਫਸਟ ਆਫ ਆਲ ਜੋ ਡਬਲਿਊ ਵੀਨ ਸੀਗੇ ਇਹਨਾਂ ਨੇ 1893 ਦੇ ਵਿੱਚ ਅਪਲਾਈ ਕੀਤਾ ਸੀ ਦ ਕੰਸੈਪਟ ਆਫ ਥਰਮੋਡਾਇਨਾਮਿਕਸ ਟੂ ਦ ਬਲੈਕ ਬਾਡੀ ਰੇਡੀਏਸ਼ਨਸ। ਨਾਓ ਵਟ ਆਰ ਦ ਬਲੈਕ ਬਾਡੀ ਰੇਡੀਏਸ਼ਨਸ? ਬਲੈਕ ਬਾਡੀ ਰੇਡੀਏਸ਼ਨਸ ਕੀ ਹੁੰਦੀਆਂ ਨੇ? ਬਲੈਕ ਬਾਡੀ ਰੇਡੀਏਸ਼ਨਸ ਫਸਟ ਆਫ ਆਲ ਸਾਨੂੰ ਪਤਾ ਹੋਣਾ ਚਾਹੀਦਾ ਬਲੈਕ ਬਾਡੀ ਕੀ ਹੁੰਦੀ ਆ। ਇੱਕ ਇੱਦਾਂ ਦੀ ਬਾਡੀ ਜਿਹੜੀ ਐਬਜ਼ੋਰਬ ਕਰੇ ਆਲ ਟਾਈਪ ਆਫ ਰੇਡੀਏਸ਼ਨਸ ਫਾਲ ਔਨ ਇਟ, ਜਿਹੜੀਆਂ ਵੀ ਇਹ 'ਤੇ ਰੇਡੀਏਸ਼ਨਸ ਫਾਲ ਕਰੇ ਸਾਰਿਆਂ ਨੂੰ ਕੀ ਕਰੇ? ਐਬਜ਼ੋਰਬ ਕਰੇ। ਯਾਨੀ ਇੱਕ ਉਹਨੂੰ ਅਸੀਂ ਬੋਲਦੇ ਪਰਫੈਕਟਲੀ ਬਲੈਕ ਬਾਡੀ ਜਾਂ ਸਿੰਪਲ ਬਲੈਕ ਬਾਡੀ ਬੋਲਦੇ ਹਾਂ। ਜੋ ਉਹਦੀ ਐਬਜ਼ੋਰਬਟਿੰਗ ਪਾਵਰ ਹੁੰਦੀ ਆ, ਜੋ ਉਹਦੀ ਐਬਜ਼ੋਰਬਟਿੰਗ ਪਾਵਰ ਹੁੰਦੀ ਆ ਪਰਫੈਕਟ ਬਲੈਕ ਬਾਡੀ ਦੀ, ਦੈਟ ਇਜ਼ 1 ਹੁੰਦੀ ਆ। ਇੱਦਾਂ ਦੀ ਬਾਡੀ ਕੋਈ ਐਗਜ਼ਿਸਟ ਨਹੀਂ ਕਰਦੀ ਐਕਚੁਅਲੀ ਪ੍ਰੈਕਟਿਸ 'ਚ ਐਗਜ਼ਿਸਟ ਨਹੀਂ ਕਰਦੀ, ਅਸੀਂ ਮੰਨ ਕੇ ਚੱਲਦੇ ਹਾਂ ਜਸਟ ਇਹਦੇ ਬਾਰੇ। ਕਲੀਅਰ? ਸੋ ਫਸਟ ਆਫ ਆਲ ਇੰਨਾ ਕਨਸੈਪਟ ਕਲੀਅਰ ਹੈ ਤੁਹਾਨੂੰ ਕਿ ਬਲੈਕ ਬਾਡੀ ਰੇਡੀਏਸ਼ਨ ਦਾ ਬਲੈਕ ਬਾਡੀ ਕੀ ਹੁੰਦੀ ਆ। ਠੀਕ ਹੈ, ਜਿਹੜੀ ਐਬਜ਼ੋਰਬ ਕਰਦੀ ਆ ਆਲ ਟਾਈਪ ਆਫ ਰੇਡੀਏਸ਼ਨਸ ਫਾਲਿੰਗ ਔਨ ਇਟ। ਸੋ ਕਲੀਅਰ। ਹੁਣ ਜੋ ਵੀਨ ਸੀਗੇ, ਡਬਲਿਊ ਵੀਨ ਸੀਗੇ, ਇਹਨਾਂ ਨੇ 1893 ਵਿੱਚ ਅਪਲਾਈ ਕੀਤਾ ਕਨਸੈਪਟ ਆਫ ਥਰਮੋਡਾਇਨਾਮਿਕਸ ਟੂ ਦਾ ਬਲੈਕ ਬਾਡੀ ਰੇਡੀਏਸ਼ਨਸ ਇਨ ਏ ਕਾਂਸਟੈਂਟ ਟੈਂਪਰੇਚਰ ਐਨਕਲੋਜ਼ਰ ਐਂਡ ਫਾਊਂਡ ਦੈਟ। ਉਹਨਾਂ ਨੇ ਕੀ ਫਾਊਂਡ ਕੀਤਾ, ਕੀ ਦੇਖਿਆ ਉਹਨਾਂ ਨੇ ਕਿ ਜਿਹੜੀ ਵੇਵਲੈਂਥ ਆਈ ਉਸ ਰੇਡੀਏਸ਼ਨਸ ਦੀ ਕੋਰਸਪੋਂਡਿੰਗ ਟੂ ਮੈਕਸੀਮਮ ਅਮੇਜ਼ਿੰਗ ਪਾਵਰ ਆਫ ਬਲੈਕ ਬਾਡੀ, ਉਹ ਕਿੱਦਾਂ ਵੇਰੀ ਕਰਦੀ ਸੀ? ਐਬਸੋਲਿਊਟ ਟੈਂਪਰੇਚਰ ਦੇ ਇਨਵਰਸਲੀ। ਯਾਨੀ ਕਿ ਉਹ ਜਿਹੜੀਆਂ ਰੇਡੀਏਸ਼ਨ ਸੀਗੀਆਂ ਕੋਰਸਪੋਂਡਿੰਗ ਟੂ ਮਤਲਬ ਮੈਕਸੀਮਮ ਅਮੇਜ਼ਿੰਗ ਪਾਵਰ ਜਿਹੜੀ ਆ ਬਲੈਕ ਬਾਡੀ ਦੀ, ਉਹਦੇ ਕੋਰਸਪੋਂਡਿੰਗ ਜਿੰਨੀਆਂ ਵੀ ਰੇਡੀਏਸ਼ਨ ਦੀ ਵੇਵਲੈਂਥ ਸੀ ਉਹ ਕੀ ਸੀ? ਇਨਵਰਸਲੀ ਪ੍ਰਪੋਰਸ਼ਨਲ ਟੂ ਐਬਸੋਲਿਊਟ ਟੈਂਪਰੇਚਰ। ਸੋ ਕਲੀਅਰ। ਫਸਟ ਆਫ ਆਲ ਕਲੀਅਰ, ਜੇ ਤੁਹਾਨੂੰ ਪੇਪਰ 'ਚ ਆਇਆ ਸਿੰਪਲ ਹੀ ਸਟੇਟਮੈਂਟ ਆਏਗੀ। ਇਹਨੂੰ ਆਪਾਂ ਕਹਿੰਦੇ ਹਾਂ ਵੀਨ ਡਿਸਪਲੇਸਮੈਂਟ ਲਾਅ। ਹੁਣ ਇਹਨੂੰ ਅਸੀਂ ਵੀਨ ਡਿਸਪਲੇਸਮੈਂਟ ਲਾਅ ਕਿਉਂ ਕਹਿੰਦੇ ਹਾਂ? ਬਿਕੋਜ਼ ਵਿਦ ਰਾਈਜ਼ਿੰਗ ਟੈਂਪਰੇਚਰ, ਜਦੋਂ ਆਪਾਂ ਟੈਂਪਰੇਚਰ ਵਧਾਵਾਂਗੇ ਅਤੇ ਜਿਹੜਾ ਲੈਮਡਾ ਐਮ ਆ ਉਹ ਘਟੇਗਾ। ਮਤਲਬ ਇਹ ਕਿੱਧਰ ਨੂੰ ਮੂਵ ਕਰੇਗਾ? ਟੂਵਰਡਸ ਦਾ ਸ਼ਾਰਟਰ ਵੇਵਲੈਂਥ। ਕਿੱਧਰ ਨੂੰ ਮੂਵ ਕਰੇਗਾ? ਟੂਵਰਡਸ ਦਾ ਸ਼ਾਰਟਰ ਵੇਵਲੈਂਥ। ਸ਼ੋ ਦਾ ਸ਼ਿਫਟਿੰਗ ਆਫ ਪੀਕ ਟੂਵਰਡਸ ਦਾ ਸ਼ਾਰਟਰ ਵੇਵਲੈਂਥ। ਸੋ ਮਤਲਬ ਡਿਸਪਲੇਸਮੈਂਟ ਹੋ ਗਈ ਨਾ। ਜਦੋਂ ਆਪਾਂ ਟੈਂਪਰੇਚਰ ਵਧਾਇਆ, ਦੇਖੋ ਯੂਨੀਵਰਸਲੀ ਮਤਲਬ ਕੀ ਹੁੰਦਾ? ਜੇ ਇਹ ਘਟੇਗਾ ਤਾਂ ਇਹ ਵਧੇਗਾ, ਜੇ ਇਹ ਵਧੇਗਾ ਤਾਂ ਇਹ ਚੀਜ਼ ਘਟੇਗੀ, ਇਹੀ ਹੋਏਗਾ। ਠੀਕ ਹੈ। ਸੋ ਇੱਥੋਂ ਹੀ ਜਦੋਂ ਸਭ ਤੋਂ ਪਹਿਲਾਂ ਇਹਨੇ ਲਗਾਇਆ ਪਲੈਂਕ ਕਾਂਸਟੈਂਟ ਲਾਅ, ਪਲੈਂਕ ਲਾਅ। ਠੀਕ ਹੈ। ਹੁਣ ਪਲੈਂਕ ਲਾਅ ਵੀ ਸਾਡੇ ਸਿਲੇਬਸ ਹੈਗਾ, ਉਹਦਾ ਜ਼ਿਆਦਾ ਨਹੀਂ ਕੁਛ ਕਰਨਾ, ਤੁਸੀਂ ਉਹਦੀ ਜਸਟ ਸਟੇਟਮੈਂਟ ਯਾਦ ਕਰਨੀ ਆ। ਈ ਲੈਮਡਾ ਡੀ ਲੈਮਡਾ ਇਜ਼ ਇਕੁਅਲਸ ਟੂ 8 ਪਾਈ ਐਚ ਸੀ ਅਪੋਨ ਲੈਮਡਾ ਦੀ 5, ਯਾਨੀ ਇਹਦਾ ਲੈਮਡਾ 5 ਨਾਲ ਰਿਲੇਸ਼ਨ ਹੈਗਾ 1 ਅਪੋਨ ਈ ਦੀ ਪਾਵਰ ਐਚ ਸੀ ਅਪੋਨ ਲੈਮਡਾ ਕੇ ਟੀ -1। ਬਾਰ ਦੇਖੋਗੇ ਤੁਹਾਨੂੰ ਯਾਦ ਹੋ ਜਾਣਾ, ਡੋਂਟ ਵਰੀ। ਠੀਕ ਹੈ ਜੀ। ਪਲੈਂਕ ਲਾਅ ਦਾ ਆਇਆ ਤਾਂ ਤੁਸੀਂ ਸਿਰਫ ਉਹਦੀ ਇਹੀ ਸਟੇਟਮੈਂਟ ਯਾਦ ਕਰਨੀ, ਜ਼ਿਆਦਾ ਕੁਛ ਨਹੀਂ ਯਾਦ ਕਰਨਾ। ਹੁਣ ਇਹਦੀ ਵੀ ਆਪਾਂ ਪੂਰੀ ਡੈਰੀਵੇਸ਼ਨ ਨਹੀਂ ਕਰਨੀ। ਠੀਕ ਹੈ, ਅਸੀਂ ਇਹਦੀ ਪੂਰੀ ਡੈਰੀਵੇਸ਼ਨ ਨਹੀਂ ਕਰਾਂਗੇ। ਆਪਾਂ ਇਹਦਾ ਜੋ ਕਨਸੈਪਟ ਦੇਖਾਂਗੇ, ਦੇਖੋ ਇਹਦੇ ਵਿੱਚ ਜੋ ਵੀਨ ਪੂਰਾ ਇਹਦਾ ਜੋ ਆਰਟੀਕਲ ਸੋਲਵ ਕਰਾਂਗੇ, ਆਪਾਂ ਨਹੀਂ ਆਰਟੀਕਲ ਸੋਲਵ ਕਰਨ ਪੈਣਾ। ਆਪਾਂ ਕੀ ਕਰਨਾ, ਸਿੰਪਲ ਇਹਦਾ ਜੋ ਰਿਲੇਸ਼ਨ ਆ ਉਹ ਦੇਖਣਾ ਹੈ। ਦੇਖੋ ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ ਨਾ, ਲਾਸਟ ਲੈਮਡਾ ਟੀ ਕਿਹਦੇ ਬਰਾਬਰ ਰਹਿੰਦਾ ਸੀ? ਐਚ ਸੀ ਅਪੋਨ ਕੇ ਇੰਟੂ 4.9651। ਹੁਣ ਐਚ ਵੀ ਕਾਂਸਟੈਂਟ ਆ, ਸੀ ਵੀ ਕਾਂਸਟੈਂਟ ਆ, ਕੇ ਵੀ ਕਾਂਸਟੈਂਟ ਆ, ਕਾਂਸਟੈਂਟ ਸਾਰਿਆਂ ਨੇ ਮਿਲ ਕੇ ਕਾਂਸਟੈਂਟ ਬਣਾ ਦਿੱਤਾ। ਠੀਕ ਹੈ। ਸੋ ਇੱਕ ਕਾਂਸਟੈਂਟ ਵੈਲਿਊ ਹੋ ਗਈ ਅਤੇ ਇੱਥੋਂ ਸਾਡੇ ਕੋਲ ਕੀ ਆਇਆ ਕਿ ਲੈਮਡਾ ਟੀ ਕਿਹਦੇ ਬਰਾਬਰ ਹੋ ਗਿਆ? ਇੱਕ ਕਾਂਸਟੈਂਟ। ਅਤੇ ਇਸ ਕਾਂਸਟੈਂਟ ਨੂੰ ਮੈਂ ਨਾਮ ਦੇ ਦਿੱਤਾ ਬੀ, ਅਤੇ ਵੀ ਦੀ ਵੈਲਿਊ ਤੁਸੀਂ ਯਾਦ ਰੱਖਣੀ। दिस इज़ वीन डिस्प्लेसमेंट कांस्टेंट हो जाएगा। ये बी कितना होगा? 2.9 इंटू 10⁻³ mK। क्लीयर? सो फस्ट वीन डिस्प्लेसमेंट की ज़्यादा नहीं कुछ करना, सिंपल ये याद रखना कि वो जी लैमडा एम सी इनवर्सली प्रोपोर्शनल टू की सी टी, दैट इज़ उत्थे साढ़े को लैमडा एम, यानी इत्थे लैमडा एम टी इज इक्वल्स टू की हो जाएगा? कांस्टेंट। ठीक है जी। ये कांस्टेंट हो जाएगा, तो कांस्टेंट जो बी है वो वैल्यू कितनी है? ये वाली है, ये याद करना। क्लीयर? सो नैक्सट देखते हैं वो सीगा वीन डिस्प्लेसमेंट लॉ। जो तुहानूं आ जाए वीन लॉ ऑफ एनर्जी डिस्ट्रीब्यूशन, फिर किद्दां करोगे? जी एनर्जी डिस्ट्रीब्यूशन आंदा वो भी सौखा ही है, कुछ औखा नहीं हैगा। उन्हें एनर्जी डिस्ट्रीब्यूशन एनर्जी डेंसिटी बारे भी दस्सिया सी, उसी वेव लैंथ ते उन्हें एनर्जी डेंसिटी की गल कीती सी। उन्हें बोलिया सी जे मैं एनर्जी डेंसिटी की गल करांगा तो वो की आएगी? वो इनवर्सली प्रोपोर्शनल टू टी नहीं आएगी, वो इनवर्सली प्रोपोर्शनल टू 1/10⁻⁵ आएगी। क्लीयर? ये उन्हें की दस्सिया कि वो टी की पावर 5 आएगी, यानी कि इनू असीं वीन 5th पावर लॉ भी तां ही कहने हैं। की कहने इनू आपां? वीन 5th पावर लॉ। क्लीयर? उस तो बाद ਕੰਬੀਨੇਸ਼ਨ ਹੋਇਆ ਡਿਸਪਲੇਸਮੈਂਟ ਲਾਅ ਅਤੇ 5th ਪਾਵਰ ਲਾਅ ਦਾ। ਠੀਕ ਹੈ, ਜਿਹਨੂੰ ਆਪਾਂ ਅੱਗੇ
ਵੀਨ ਹੈਜ਼ obtained what is known as ਜਿਹਨੂੰ ਆਪਾਂ ਵੀਨ ਲਾਅ ਆਫ એનર્ਜੀ ਡਿਸਟ੍ਰੀਬਿਊਸ਼ਨ ਵੀ ਅੱਗੇ ਬੋਲਦੇ ਹਾਂ, ਠੀਕ ਹੈ, ਕੰਬਾਈਨ ਕਰਕੇ ਹੀ ਅੱਗੇ ਬਣਿਆ। ਉਸ ਤੋਂ ਅੱਗੇ ਉਹਨੇ ਇੱਕ ਰਿਜ਼ਲਟ ਕੱਢਿਆ E ਲੈਮਡਾ ਜਿਹੜੀ એનર્ਜੀ ਡੈਂਸਿਟੀ ਕੱਢੀ ਉਹਨੇ ਬਲੈਕ ਬਾਡੀ ਰੇਡੀਏਸ਼ਨ ਲਈ। ਸਾਰੇ ਬਲੈਕ ਬਾਡੀ ਰੇਡੀਏਸ਼ਨ ਦੇ ਲੱਗਣਗੇ, ਠੀਕ ਹੈ, ਇਹ ਧਿਆਨ ਰੱਖਣਾ ਸਾਰੇ ਬਲੈਕ ਬਾਡੀ ਲਈ ਆ। E ਲੈਮਡਾ ਇਜ਼ ਇਕੁਅਲਸ ਟੂ C1 ਅਪੋਨ ਲੈਮਡਾ ਦੀ 5, ਠੀਕ ਹੈ, E ਦੀ ਪਾਵਰ ਮਾਈਨਸ C2 ਅਪੋਨ ਲੈਮਡਾ T, ਕਲੀਅਰ। ਫਿਰ ਉੱਥੋਂ ਨੇ ਇਹ ਵਾਲਾ ਕੰਸੈਪਟ ਦਿੱਤਾ, ਜਿਹੜੀ ਪਾਵਰ C ਆ ਆਹ ਵਾਲਾ C2 ਨੀਚੇ ਆ ਕੇ ਪਲੱਸ ਦਾ ਹੋ ਗਿਆ, ਠੀਕ ਹੈ। ਸੋ ਇਹਨੂੰ ਅਸੀਂ ਵੀਨ ਡਿਸਟਰੀਬਿਊਟਿਵ ਲਾ ਜਿਹੜਾ ਹੈਗਾ ਆ ਇਹ ਵੈਲਿਡ ਹੁੰਦਾ ਹੈ ਓਨਲੀ ਫॉर द ਸ਼ਾਰਟਰ ਵੇਵ ਲੈਂਥ। ਹਾਂਜੀ, ਇਹ ਕੁਐਸਚਨ ਬਣ ਸਕਦਾ ਬਹੁਤ ਜ਼ਿਆਦਾ ਇੰਪੋਰਟੈਂਟ ਇਹਦੇ ਵਿੱਚੋਂ ਕਿ ਜਿਹੜਾ ਇਹ ਡਿਸਟਰੀਬਿਊਟਿਵ ਲਾ ਆ ਇਹ ਕਿੱਦਾਂ ਦੀ ਵੇਵ ਲੈਂਥ ਲਈ ਐਪਲੀਕੇਬਲ ਹੈਗਾ, ਓਨਲੀ ਫॉर द ਸ਼ਾਰਟਰ ਵੇਵ ਲੈਂਥ ਐਂਡ ਇਹ ਪਲੈਂਕ ਕਾਂਸਟੈਂਟ ਲਾ ਤੋਂ ਹੀ ਅੱਗੇ ਡਰਾਈਵ ਹੋਇਆ, ਇਸ ਕਰਕੇ ਉਹਦਾ ਇਹ ਸਪੈਸ਼ਲ ਕੇਸ ਆ, ਕਲੀਅਰ। ਸੋ ਨੈਕਸਟ ਇਹਦੇ ਵਿੱਚ ਕੀ ਹੈਗਾ ਆ, ਜੋ ਸ਼ਾਰਟਰ ਵੇਵ ਲੈਂਥ ਹੁੰਦੀ ਆ, ਸ਼ਾਰਟਰ ਵੇਵ ਲੈਂਥ ਲਈ ਜਿਹੜੀ E ਦੀ ਪਾਵਰ HC ਅਪੋਨ ਲੈਮਡਾ KT ਆ ਉਹ ਬਹੁਤ ਜ਼ਿਆਦਾ ਲਾਰਜ ਹੋ ਜਾਂਦੀ ਆ, ਇਜ਼ ਵੈਰੀ ਲਾਰਜ ਐਜ਼ ਕੰਪੇਅਰ ਟੂ 1 ਐਂਡ ਵੀ ਨਿਗਲੈਕਟ ਦਾ 1, ਅਸੀਂ 1 ਨੂੰ ਫਿਰ ਨਿਗਲੈਕਟ ਕਰ ਦਿੰਦੇ ਆ। ਜਦੋਂ 1 ਨੂੰ ਨਿਗਲੈਕਟ ਕਰ ਦਾਂਗੇ ਸੋ ਇਹਨੂੰ ਅਸੀਂ ਇੱਕ ਨਿਊ ਫਾਰਮ ਦੇ ਵਿੱਚ ਲਿਖ ਪਾਵਾਂਗੇ, ਯਾਨੀ 1 ਤਾਂ ਨਿਗਲੈਕਟ ਹੋ ਜਾਏਗਾ, ਸਿਰਫ ਇਹੀ ਰਹਿ ਜਾਏਗਾ, ਠੀਕ ਹੈ, ਜਿਹਦੇ ਵਿੱਚ ਫਿਰ ਆਹ ਚੀਜ਼ ਤਾਂ ਖਤਮ ਹੋ ਜਾਏਗੀ। ਫਿਰ ਜਦੋਂ ਆਪਾਂ ਇਹਨੂੰ ਅੱਗੇ ਕੰਪੇਅਰ ਕਰਦੇ ਹਾਂ, ਦੇਖੋ ਦੱਸਦੀ ਹਾਂ, ਇਹ ਦੇਖੋ, ਫਿਰ ਜਦੋਂ ਆਪਾਂ ਇਹਦੇ ਨਾਲ ਇਹਨੂੰ ਕੰਪੇਅਰ ਕੀਤਾ ਤੇ E ਲੈਮਡਾ D ਲੈਮਡਾ ਕੀ ਆ ਗਿਆ, -1 ਜੋ ਸੀਗਾ ਇਗਨੋਰ ਹੋਇਆ। ਤੇ ਜੋ ਆਪਾਂ ਉਹਨੂੰ ਪਿਛਲੇ ਵਾਲੇ ਨਾਲ ਜਦੋਂ ਕੰਪੇਅਰ ਕਰਾਂਗੇ, ਇੱਥੇ C1 ਸੀਗਾ ਤੇ ਇਹ ਸੀਗਾ C2, ਸੋ C1 C2 ਦੀ ਵੈਲਿਊ ਆ ਗਈ ਸਾਡੇ ਕੋਲ ਇੱਥੇ, ਕਲੀਅਰ। ਪਿਛਲੀ ਵਾਲੀ C1 C2 ਸੀ ਨਾ, ਉਹਨੇ ਕੰਪੇਅਰ ਕਰਕੇ ਦੇਖਿਓ ਸਾਡੇ ਕੋਲ C1 ਤੇ C2 ਦੀ ਵੈਲਿਊ ਨੇ। ਸੋ ਸਾਨੂੰ ਜੇ ਵੀਨ ਡਿਸਟਰੀਬਿਊਟਿਵ ਲਾ ਆ ਗਿਆ ਉਹਦੇ ਵਿੱਚ ਉਹਨੇ ਸਾਨੂੰ C1 C2 ਕਾਂਸਟੈਂਟ ਦੀ ਵੈਲਿਊ ਪੁੱਟ ਕਰ ਲਈ ਤਾਂ ਬਹੁਤ ਈਜ਼ੀਲੀ ਨਿਕਲ ਜਾਏਗੀ, ਮਤਲਬ ਕੁਝ ਜ਼ਿਆਦਾ ਔਖਾ ਨਹੀਂ ਹੈਗਾ, ਬਹੁਤ ਈਜ਼ੀਲੀ ਹੋਣ ਵਾਲਾ ਕੁਐਸਚਨ ਹੈਗਾ ਇਹ, ਠੀਕ ਹੈ। ਸੋ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਅਗੇਨ ਦੱਸ ਦਿੰਦੀ ਹਾਂ ਕਿ C1 ਇਹ ਵਾਲੀ ਆਈ ਸੀ ਪਲੈਂਕ ਕਾਂਸਟੈਂਟ ਲਾਅ ਤੋਂ। ਆਪਾਂ ਕੀ ਕੀਤਾ, ਜਦੋਂ ਇਹਨੂੰ ਡਿਸਪਲੇਸ, ਦੇਖੋ ਇਹ C1 ਦੀ ਵੈਲਿਊ ਹੋ ਜਾਏਗੀ, ਜਦੋਂ ਇਸ ਮਤਲਬ ਪਲੈਂਕ ਆ ਨਾ, ਪਲੈਂਕ ਤੋਂ ਹੀ ਮਤਲਬ ਉਹਦਾ ਸਪੈਸ਼ਲ ਕੇਸ ਅੱਗੇ ਬਣਦਾ, ਜਦੋਂ 1 ਨੂੰ ਮੈਂ ਇਗਨੋਰ ਕਰ ਦਿੱਤਾ ਤੇ ਇਹ C2 ਦੀ ਵੈਲਿਊ ਬਣ ਜਾਏਗੀ HC ਅਪੋਨ ਲੈਮਡਾ K। ਸੋ ਕਲੀਅਰ ਆ ਜੀ, ਅੱਗੇ ਚੱਲਦੇ ਹਾਂ। ਇਸ ਤੋਂ ਇਹ ਬਣਿਆ ਸੀ, ਠੀਕ ਹੈ। ਉਸ ਤੋਂ ਬਾਅਦ ਹੈਗਾ ਰੇਲਾਈਟ ਜੀਨਸ ਲਾਅ ਆਫ એનર્ਜੀ ਡਿਸਟਰੀਬਿਊਸ਼ਨ। ਇਹਨੇ ਵੀ ਐਕਸਪਲੇਨ ਕੀਤਾ ਸੀਗਾ એનર્ਜੀ ਡਿਸਟਰੀਬਿਊਸ਼ਨ ਆਫ ਬਲੈਕ ਬਾਡੀ ਰੇਡੀਏਸ਼ਨਸ ਦੀ। ਇਹਨੇ ਇਹ ਵਾਲਾ ਰਿਲੇਸ਼ਨ ਅੱਗੇ ਸ਼ੋ ਕੀਤਾ ਸੀਗਾ, ਜਿਹੜਾ ਆਪਾਂ ਡਾਇਰੈਕਟ ਯਾਦ ਹੀ ਰੱਖਣਾ ਉਸ ਰਿਲੇਸ਼ਨ ਨੂੰ ਵੀ, ਠੀਕ ਹੈ। ਅਸੀਂ ਇਹਦੇ ਵਿੱਚ ਜ਼ਿਆਦਾ ਨਹੀਂ ਕੁਛ ਕਰਨਾ, ਜਸਟ ਇਹ ਡਾਇਰੈਕਟ ਰਿਜ਼ਲਟ ਯਾਦ ਰੱਖਣੇ। ਇਹਨੇ ਕੀ ਦੱਸਿਆ, E ਲੈਮਡਾ D ਲੈਮਡਾ ਇਹਦੇ ਅਕੋਰਡਿੰਗ ਜਿਹੜੀ ਹੈ એનર્ਜੀ ਡਿਸਟਰੀਬਿਊਸ਼ਨ ਕਿੰਨੀ ਆਈ, 8 ਪਾਈ KT ਅਪੋਨ ਲੈਮਡਾ ਦੀ ਪਾਵਰ 4। ਸੋ ਇਹ 'ਚ ਪਾਵਰ 4 ਹੈ, ਜਿੱਦਾਂ ਵੀਨ 'ਚ ਪਾਵਰ 5 ਸੀ ਨਾ, ਇਹ 'ਚ ਪਾਵਰ ਕਿੰਨੀ ਹੋ ਗਈ, 4 ਹੋ ਗਈ। ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਸਟੀਫਨ ਲਾਅ, ਜੋ ਪੇਪਰ 'ਚ ਪੁੱਛਿਆ ਵੀ ਗਿਆ, ਠੀਕ ਹੈ। ਸਿਲੇਬਸ ਜੋ ਹੁੰਦਾ ਨਾ ਪੁੱਛਿਆ ਹੀ ਜਾਂਦਾ ਹੈ। ਸਟੀਫਨ ਲਾਅ ਕੀ ਸੀਗਾ, ਇਹਨੇ ਕੀ ਕਿਹਾ, ਜਿਹੜੀ ਅਮਾਊਂਟ ਆਫ એનર્ਜੀ ਰੇਡੀਏਸ਼ਨ ਐਮਿਟ ਹੋਏਗੀ ਕਿਸੇ ਪਰਫੈਕਟਲੀ ਬਲੈਕ ਬਾਡੀ ਦੇ ਵਿੱਚੋਂ, ਠੀਕ ਹੈ, ਪਰ ਸੈਕਿੰਡ ਪਰ ਯੂਨਿਟ ਏਰੀਆ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ 4th ਪਾਵਰ ਆਫ ਐਬਸੋਲੂਟ ਟੈਂਪਰੇਚਰ। ਸੋ ਇਹਨੇ ਕੀ ਕਹਿ ਦਿੱਤਾ ਕਿ ਜਿਹੜੀ ਐਨਰਜੀ ਹੈ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਐਬਸੋਲੂਟ ਟੈਂਪਰੇਚਰ ਦੀ ਪਾਵਰ 4 ਦੇ ਬਰਾਬਰ, ਠੀਕ ਹੈ। ਸੋ ਇਹਨੇ ਬਿਲਕੁਲ ਡਿਫਰੈਂਟ ਗੱਲ ਕਰ ਦਿੱਤੀ। ਇਹ ਵੀ ਪਲੈਂਕ ਕਾਂਸਟੈਂਟ ਜਿਹੜਾ ਲਾਅ ਆ ਉਹਨੂੰ ਚੱਕ ਕੇ ਹੀ ਅੱਗੇ ਡਰਾਈਵ ਹੋਣਾ ਹੈ, ਠੀਕ ਹੈ। ਸੋ ਅਸੀਂ ਡੈਰੀਵੇਸ਼ਨ ਨਹੀਂ ਕਰਨੀ, ਮੈਂ ਤੁਹਾਨੂੰ ਰਿਜ਼ਲਟ ਦਿਖਾ ਦੇਣਾ ਡਾਇਰੈਕਟ, ਅਸੀਂ ਡਾਇਰੈਕਟ ਰਿਜ਼ਲਟ ਦੇਖਣਾ ਇਹਦਾ। ਸੋ ਪਹਿਲਾਂ ਤਾਂ ਉਹਦਾ ਰਿਜ਼ਲਟ ਉਹੀ ਪ੍ਰੂਵ ਹੋਏਗਾ ਜੋ ਉਹਨੇ ਕਿਹਾ ਸੀ ਕਿ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T ਦੀ ਪਾਵਰ 4 ਹੋਏਗੀ। ਪ੍ਰੋਪੋਰਸ਼ਨਲਿਟੀ ਕੇ ਕਾਂਸਟੈਂਟ ਆ ਗਿਆ A। ਸੋ ਇਸ ਕਾਂਸਟੈਂਟ ਦੀ ਵੈਲਿਊ ਸਾਨੂੰ ਗਿਵਨ ਹੈਗੀ ਹੈ 8 ਪਾਈ ਦੀ 5 K ਰੇਜ਼ ਟੂ ਪਾਵਰ 4 15 C² H³। ਸੋ ਇਹ ਕਾਂਸਟੈਂਟ ਦੀ ਵੈਲਿਊ ਜ਼ਰੂਰ ਯਾਦ ਰੱਖਣੀ, ਪੁੱਛਿਆ ਜਾ ਸਕਦਾ ਸਟੀਫਨ 'ਚ ਜਿਹੜਾ ਕਾਂਸਟੈਂਟ ਆ ਉਹਦੀ ਵੈਲਿਊ ਦੱਸੋ, ਅੱਗੇ ਵੀ ਇਹਦੀ ਵੈਲਿਊ ਉਹਦੇ ਡਰਾਈਵ ਕੀਤੀ ਹੋਈ ਆ। ਇੱਕ ਇਹਦੇ ਵਿੱਚ ਕੰਸੈਪਟ ਹੋਰ ਹੈਗਾ ਆ ਕਿ ਜਿਹੜੀ ਸਾਡੇ ਕੋਲ E ਦੀ ਵੈਲਿਊ ਆਉਂਦੀ ਹੈ ਇੱਥੇ, ਜੇ ਅਸੀਂ ਰੇਡੀਏਸ਼ਨ ਫਲਕਸ E ਲੈਂਦੇ ਹਾਂ, ਠੀਕ ਹੈ, ਤਾਂ ਪਰ ਯੂਨਿਟ ਏਰੀਆ ਪ੍ਰੋਪੋਰਸ਼ਨਲ ਟੂ એનર્ਜੀ ਡੈਂਸਿਟੀ ਕਿੰਨੀ ਆਉਂਦੀ ਹੈ, ਜਿੱਦਾਂ ਇਹੀ E ਲਿਆ ਨਾ ਫਲਕਸ, ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ E ਹੋਏਗਾ ਤੇ E ਕਿਹਦੇ ਡਾਇਰੈਕਟ ਪ੍ਰੋਪੋਰਸ਼ਨਲ ਟੂ ਸੀ T ਦੀ ਪਾਵਰ 4 ਦੇ, ਠੀਕ ਹੈ। ਸੋ ਉੱਥੇ ਪ੍ਰੋਪੋਰਸ਼ਨੈਲਿਟੀ ਹਟਾ ਕੇ ਇੱਕ ਕਾਂਸਟੈਂਟ ਸਾਡੇ ਕੋਲ ਆ ਗਿਆ, ਦੈਟ ਇਜ਼ ਸਿਗਮਾ, ਠੀਕ ਹੈ। ਇੱਥੇ ਸਿਗਮਾ ਜਿਹੜਾ ਉਹਨੂੰ ਸਟੀਫਨ ਕਾਂਸਟੈਂਟ ਆਪਾਂ ਕਹਿ ਰਹੇ ਹਾਂ, ਕਲੀਅਰ। ਤੇ ਇਹਦੀ ਵੈਲਿਊ ਕਿੰਨੀ ਆਈ ਸੀ 5.6697 × 10⁻⁸, ਕਲੀਅਰ। ਇਹ ਵੈਲਿਊਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਆ, ਇਹ ਵਾਲਾ ਫਾਰਮੂਲਾ ਵੀ ਈਵਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਆ, ਕਲੀਅਰ। ਸੋ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰਨਾ ਆ, ਇਹਨਾਂ 'ਚ ਕੁਐਸਚਨ ਪੁੱਟ ਹੋ ਜਾਂਦਾ ਆ। ਸਟੀਫਨ ਲਾਅ ਹੋ ਗਿਆ, ਵਿੰਡ ਡਿਸਪਲੇਸਮੈਂਟ ਲਾਅ ਹੋ ਗਿਆ, ਠੀਕ ਹੈ, ਐਂਡ ਇੱਕ ਆਪਾਂ ਕੀਤਾ ਰੇਲਾਈਟ। ਉਸ ਤੋਂ ਬਾਅਦ ਹੈਗਾ ਆ ਕੈਲਕੂਲੇਟ ਕਰਨਾ ਟੈਂਪਰੇਚਰ ਆਫ ਅ ਸਟਾਰ ਹੈਵਿੰਗ ਮੈਕਸਿਮਮ એનર્ਜੀ ਡੈਂਸਿਟੀ ਆਫ ਰੇਡੀਏਸ਼ਨ ਕੋਰਸਪੋਂਡਿੰਗ ਟੂ ਵੇਵ ਲੈਂਥ। ਸਾਨੂੰ ਵੇਵ ਲੈਂਥ ਪ੍ਰੋਵਾਈਡਡ ਹੈਗੀ ਲੈਮਡਾ ਐਂਡ B ਦੀ ਵੈਲਿਊ ਪ੍ਰੋਵਾਈਡਡ, ਪਤਾ ਕੀ ਕਰਨਾ ਟੈਂਪਰੇਚਰ। ਸੋ ਦੇਖੋ ਸਿੱਧਾ ਇੱਥੇ ਵਿੰਡ ਡਿਸਪਲੇਸਮੈਂਟ ਲਾਅ ਲੱਗੇਗਾ, ਲੈਮਡਾ MT = B,
ਕਲੀਅਰ ਆ। ਬੀ ਦੀ ਵੈਲਿਊ ਵੈਸੇ ਵੀ ਯਾਦ ਵੀ ਰਹਿਣੀ ਚਾਹੀਦੀ ਤੁਹਾਨੂੰ, ਤੇ ਇੱਦਾਂ ਦਾ ਜੇ ਪੇਪਰ 'ਚ ਮਤਲਬ ਉੱਥੇ ਡਾਇਰੈਕਟ ਅਪਲਾਈ ਹੋਣੇ ਆ। ਜੇ ਸਟੀਫਨ 'ਚ ਵੀ ਆਇਆ ਸਿੱਧਾ ਹੀ ਜੋ ਸਾਡਾ ਰਿਲੇਸ਼ਨ ਬਣਿਆ ਸਟੀਫਨ 'ਚ ਈ ਵਾਲਾ, ਈ ਇਜ਼ ਇਕੁਅਲਸ ਟੂ ਸਿਗਮਾ ਟੀ ਦੀ 4, ਉਹਦੇ ਤੋਂ ਡਾਇਰੈਕਟ ਉਹਨੇ ਵੈਲਿਊਜ਼ ਗਿਵਨ ਹੋਣੀ ਆ, ਵੈਲਿਊ ਦੇਣੀ ਆ, ਉਹ ਤੋਂ ਸਾਡਾ ਕੁਐਸਚਨ ਉਹਦੇ ਨਾਲ ਜਿੱਦਾਂ ਹੋ ਸਕਦਾ ਉਹ ਤੁਹਾਨੂੰ ਉਹਦੇ ਵਿੱਚ ਦੱਸ ਦੇਵੇ ਕਿ ਜਿਹੜਾ ਈ ਦੀ ਵੈਲਿਊ ਦੱਸ ਦੇਵੇ, ਰੇਡੀਏਸ਼ਨ ਫਲਕਸ ਦੱਸ ਦੇਵੇ, ਤੇ ਸਿਗਮਾ ਦੀ ਵੈਲਿਊ ਦੱਸ ਦੇਵੇ ਤੇ ਟੀ ਪੁੱਛ ਲਵੇ, ਜਾਂ ਟੀ ਦੱਸ ਦੇਵੇ, ਸਿਗਮਾ ਦੱਸ ਦੇਵੇ ਤੇ ਈ ਦੀ ਪੁੱਛ ਲਵੇ, ਕੁਛ ਵੀ ਪੁੱਛ ਸਕਦਾ। ਕਲੀਅਰ ਆ। ਕਾਂਸਟੈਂਟ ਦੀ ਵੈਲਿਊ ਤਾਂ ਕਾਂਸਟੈਂਟ ਰਹਿਣੀ ਆ। ਸੋ ਇਹ ਕੁਐਸਚਨ ਧਿਆਨ ਰੱਖਣਾ, ਇੱਦਾਂ ਦੇ ਹੀ ਕੁਐਸਚਨ ਆਉਂਦੇ ਆ, ਬਹੁਤ ਜ਼ਿਆਦਾ ਈਜ਼ੀ ਆ, ਇੰਪੋਰਟੈਂਟ ਹੈਗੇ, ਈਜ਼ੀਲੀ ਵੇ ਨਾਲ ਹੋ ਜਾਣੇ, ਸੋ ਕਰ ਲੈਣਾ। ਥੈਂਕਸ ਫॉर ਵਾਚਿੰਗ ਦ ਵੀਡੀਓ।